हाँ जी, वेलकम है स्टूडेंट्स ਤੁਹਾਡਾ ਆਪਣੇ ਇਸ ਚੈਨਲ ਦੇ ਉੱਪਰ। ਤੇ ਜਿਵੇਂ ਕਿ ਆਪਾਂ ਪੋਲੀਟੀਕਲ ਸਾਇੰਸ ਸਟਾਰਟ ਕੀਤੀ ਗਈ ਹੋਈ ਸੀਗੀ, ਠੀਕ ਹੈ। ਆਪਣਾ ਅਨੁਸੂਚੀਆਂ ਦਾ ਟੌਪਿਕ ਆਪਾਂ ਕੱਲ ਅੱਧਾ ਕਰ ਲਿਆ ਸੀਗਾ, ਅੱਧਾ ਆਪਣਾ ਟੌਪਿਕ ਰਹਿ ਗਿਆ ਸੀਗਾ, ਤਾਂ ਕਿ ਆਪਾਂ ਉੱਥੋਂ ਹੀ ਸਟਾਰਟ ਕਰ ਦਿਆਂਗੇ। ਚਲੋ ਠੀਕ ਹੈ ਜੀ, ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੀ ਸੀਗਾ ਅਨੁਸੂਚੀਆਂ ਬਾਰੇ। ਆਪਾਂ ਕਿ ਪਹਿਲਾਂ ਕੀ ਜਦੋਂ ਆਪਣਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀਗਾ ਤਾਂ ਉਦੋਂ ਕੀ ਆਪਣੇ ਕੋਲੇ 8 ਅਨੁਸੂਚੀਆਂ ਸੀਗੀਆਂ, ਠੀਕ ਹੈ। ਉਸ ਤੋਂ ਬਾਅਦ ਕੀ ਹੈ 4 ਇਹਦੇ ਵਿੱਚ ਕੀ ਹੋਰ ਐਡ ਹੋਈਆਂ ਸੀਗੀਆਂ ਬਾਅਦ ਦੇ ਵਿੱਚ। ਹੁਣ ਜਿਹੜੀ ਵੀ ਚੀਜ਼ ਬਾਅਦ ਦੇ ਵਿੱਚ ਐਡ ਹੁੰਦੀ ਹੈ ਕਿ ਉਹਦੇ ਲਈ ਕੀ ਇੱਕ ਕੋਈ ਸਪੈਸ਼ਲ ਪਾਰਟੀਕੂਲਰ ਸੋਧ ਕੀਤੀ ਜਾਂਦੀ ਹੈ, ਠੀਕ ਹੈ ਜੀ। ਤਾਂ ਇਹ ਕੀ ਆ 8 ਆਪਣੇ ਮੂਲ ਸੰਵਿਧਾਨ ਦੇ ਵਿੱਚ ਸੀਗੀਆਂ, 4 ਕੀ ਹੈ ਸੋਧਾਂ ਕੀਤੀਆਂ ਗਈਆਂ ਨੇ, ਤਾਂ ਆਪਾਂ ਉਹਦੇ ਬਾਰੇ ਕਰਦੇ ਹਾਂ ਜੀ ਹੁਣ, ਠੀਕ ਹੈ ਜੀ। ਪਹਿਲਾਂ ਇੱਕ ਵਾਰੀ ਆਪਾਂ ਕੋਈ ਰਿਵੀਜ਼ਨ ਲੈ ਲੈਂਦੇ ਹਾਂ। ਕੱਲ ਆਪਾਂ ਕੀ ਕੀਤਾ ਸੀਗਾ, ਪਹਿਲੀ ਅਨੁਸੂਚੀ ਦੇ ਵਿੱਚ ਕੀ ਸੀਗਾ ਕਿ ਆਪਣੇ ਰਾਜ ਅਤੇ ਕੇਂਦਰ ਸ਼ਾਸਕਾਂ ਬਾਰੇ ਦੱਸਿਆ ਹੋਇਆ ਸੀਗਾ। ਦੂਸਰੀ ਦੇ ਵਿੱਚ ਕੀ ਸੀਗਾ ਕਿ ਪੈਸੇ ਬਾਰੇ ਦੱਸਿਆ ਹੋਇਆ ਸੀਗਾ, ਤਨਖਾਹਾਂ ਬਾਰੇ, ਠੀਕ ਹੈ ਵੀ ਤਨਖਾਹਾਂ ਤੇ ਭੱਤੇ ਕਿਵੇਂ ਕਿਵੇਂ ਮਿਲਦੇ ਨੇਗੇ। ਜਿਵੇਂ ਆਪਣੇ ਸੀਜੀਆਈ ਹੋ ਗਏ, ਠੀਕ ਹੈ, ਚੀਫ ਜਸਟਿਸ ਹੋ ਗਿਆ, ਹਾਈ ਕੋਰਟ ਦੇ ਜੱਜਿਸ ਹੋ ਗਿਆ, ਉਹਨਾਂ ਨੂੰ ਪ੍ਰੈਜ਼ੀਡੈਂਟ ਦੀ ਹੋ ਗਈ। ਤੀਸਰੇ ਦੇ ਵਿੱਚ ਕੀ ਹੈ ਕਿ ਸਹੁੰ ਦੀ ਪ੍ਰਕਿਰਿਆ ਦੱਸੀ ਗਈ ਸੀਗੀ, ਬਟ ਇਹਦੇ ਵਿੱਚ ਕੀ ਇੱਕ ਐਕਸੈਪਸ਼ਨ ਸੀਗੀ, ਠੀਕ ਹੈ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਰਾਜਪਾਲ ਦੀ। ਚੌਥੇ ਦੇ ਵਿੱਚ ਕੀ ਕੀਤਾ ਸੀਗਾ ਆਪਾਂ ਕਿ ਕੀ ਜਿੱਥੇ 4 ਬੰਦੇ ਇਕੱਠੇ ਹੋਏ ਨੇ ਤਾਂ ਕਿ ਇੱਕ ਸਭਾ ਬਣਦੀ ਹੈ, ਤਾਂ ਰਾਜ ਸਭਾ ਦੀਆਂ ਸੀਟਾਂ ਬਾਰੇ ਦੱਸਿਆ ਹੋਇਆ ਸੀਗਾ, ਠੀਕ ਹੈ ਵੀ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕੀਤੀ ਹੋਈ ਸੀਗੀ। ਪੰਜਵੇਂ ਦੇ ਵਿੱਚ ਕੀ ਹੈਗਾ SC ST ਦੇ ਪ੍ਰਬੰਧਕ ਬਾਰੇ ਸੀਗਾ, ਸਾਰਾ ਪ੍ਰਸ਼ਾਸਨ ਦੇਖਿਆ ਜਾਂਦਾ ਸੀਗਾ। ਤੇ 6ਵੇਂ ਦੇ ਵਿੱਚ ਕੀ ਸੀਗਾ ਕਿ ਓਨਲੀ ST ਦੇ ਬਾਰੇ ਦੱਸਿਆ ਗਿਆ ਸੀਗਾ, ਤੇ ਟ੍ਰਿਕ ਕੀ ਸੀਗੀ ਆਪਣੀ AM PM, ਠੀਕ ਹੈ, ਅਸਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਠੀਕ ਹੈ ਜੀ। 7ਵੇਂ ਦੇ ਵਿੱਚ ਆਪਾਂ ਕੀਤਾ ਸੀਗਾ ਸ਼ਕਤੀਆਂ ਦੀ ਵੰਡ, ਠੀਕ ਹੈ। 3 ਸੂਚੀਆਂ ਬਣਾਈਆਂ ਗਈਆਂ ਸੀਗੀਆਂ, ਸਮਵਰਤੀ ਸੂਚੀ, ਕੇਂਦਰ ਸੂਚੀ ਤੇ ਰਾਜ ਸੂਚੀ। ਤੇ ਆਪਾਂ 8ਵੀਂ ਅੱਜ ਸਟਾਰਟ ਕਰ ਦਾਂਗੇ, ਠੀਕ ਹੈ ਜੀ। ਹਾਂਜੀ, ਤਾਂ 8ਵੀਂ ਅਨੁਸੂਚੀ ਦੇ ਵਿੱਚ ਕੀ ਸੀਗਾ, ਇਹਦੇ ਵਿੱਚ ਕੀ ਭਾਸ਼ਾਵਾਂ ਬਾਰੇ ਦੱਸਿਆ ਗਿਆ। ਭਾਸ਼ਾਵਾਂ ਬਾਰੇ ਜਿਹੜੀ ਆਪਣੇ ਕੋਲ ਕੀ ਹੈ ਮਾਨਤਾ ਪ੍ਰਾਪਤ ਭਾਸ਼ਾਵਾਂ ਨੇਗੀਆਂ, ਉਹਨਾਂ ਬਾਰੇ ਦੱਸਿਆ ਗਿਆ। ਜਦੋਂ ਕਿ ਆਪਣਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ 1950 ਦੇ ਵਿੱਚ, ਉਸ ਟਾਈਮ ਕੀ ਆਪਣੇ ਕੋਲੇ 14 ਭਾਸ਼ਾਵਾਂ ਸੀਗੀਆਂ। ਆਪਣੇ ਮੂਲ ਸੰਵਿਧਾਨ ਦੇ ਵਿੱਚ 14 ਭਾਸ਼ਾਵਾਂ ਦਾ ਜ਼ਿਕਰ ਸੀਗਾ, ਠੀਕ ਹੈ। ਉਦੋਂ ਬਾਅਦ ਕੀ ਹੌਲੀ ਹੌਲੀ ਕੀ ਹੈਗਾ ਇਹਦੇ ਵਿੱਚ ਵਾਧਾ ਹੁੰਦਾ ਗਿਆ। ਵਾਧਾ ਕਿਵੇਂ ਹੁੰਦਾ ਗਿਆ ਦੇਖੋ ਜੀ, ਕੀ ਹੈ ਜਿਹੜੇ ਆਪਣੇ ਕੀ ਰਾਜਾਂ ਦੀ ਵੰਡ ਹੋਈ ਸੀਗੀ 7ਵੀਂ ਸੋਧ ਦੇ ਅੰਡਰ, ਕੀ ਆਪਣੇ 1956 ਦੇ ਵਿੱਚ ਫਜ਼ਲ ਅਲੀ ਆਯੋਗ ਬਣਾਇਆ ਗਿਆ ਸੀਗਾ, ਜਿਹਦੇ ਕੀ ਬੇਸਿਸ ਦੇ ਉੱਪਰ ਕੀ ਆਪਣੇ ਰਾਜਾਂ ਦੀ ਵੰਡ ਹੋਈ ਸੀਗੀ। ਉਸ ਟਾਈਮ ਤੇ ਕੀ ਹੈਗਾ ਆਪਣੇ ਕੋਲੇ 14 ਰਾਜ ਤੇ 6 ਆਪਣੀਆਂ ਯੂਟੀ ਸੀਗੀਆਂ, ਠੀਕ ਹੈ। ਉਸ ਤੋਂ ਬਾਅਦ ਕੀ ਹੌਲੀ ਹੌਲੀ ਕੀ ਹੈਗਾ ਆਪਣੇ ਜਿਵੇਂ ਜਿਵੇਂ ਜ਼ਰੂਰਤ ਪੈਂਦੀ ਗਈ, ਠੀਕ ਹੈ, ਆਪਣੇ ਰਾਜ ਕੀ ਵੱਧਦੇ ਗਏ ਤੇ ਯੂਨੀਅਨ ਟੈਰੀਟਰੀਜ਼ ਕੀ ਹੈ ਵੱਧਦੇ ਗਈਆਂ। ਤੇ ਇਸੇ ਕਰਕੇ ਕੀ ਹੈਗਾ ਉਹਦੇ ਚ ਜਿਹੜੇ ਭਾਸ਼ਾਵਾਂ ਸੀਗੀਆਂ ਉਹਨਾਂ ਨੂੰ ਵੀ ਕੀ ਮਾਨਤਾ ਦਿੰਦੇ ਗਏ, ਠੀਕ ਹੈ ਜੀ। ਤਾਂ ਦੇਖੋ ਸਟਾਰਟਿੰਗ ਦੇ ਵਿੱਚ ਕੀ ਆਪਣੇ ਕੋਲ 14 ਭਾਸ਼ਾਵਾਂ ਸੀਗੀਆਂ, ਬਾਅਦ ਦੇ ਵਿੱਚ ਇਹਦੇ 'ਚ 8 ਐਡ ਕੀਤੀਆਂ ਗਈਆਂ ਨੇ, ਆਪਾਂ ਉਹਨਾਂ ਬਾਰੇ ਕਰਦੇ ਹਾਂ। ਤਾਂ ਦੇਖੋ ਜੀ ਜਿਹੜੀਆਂ ਕੀ ਹੈ 7ਵੀਂ ਸੋਧ ਹੋਈ ਸੀ 1956 ਦੇ ਵਿੱਚ, ਉਹਦੇ ਬੇਸਿਸ ਦੇ ਉੱਪਰ ਕੀ ਹੈਗਾ ਜਿਹੜੀ ਆਪਣੇ ਰਾਜਾਂ ਦੀ ਵੰਡ ਹੋਈ ਸੀਗੀ, ਠੀਕ ਹੈ, ਸਟੇਟਸ ਤੇ ਯੂਟੀਜ਼ ਦੀ ਵੰਡ ਹੋਈ ਸੀਗੀ, ਉਹ ਕੀ ਹੈ ਭਾਸ਼ਾਈ ਆਧਾਰ ਤੇ ਵੰਡ ਹੋਈ ਸੀਗੀ, ਠੀਕ ਹੈ। ਤਾਂ ਆਪਾਂ ਕਰਦੇ ਹਾਂ ਜੀ। ਹਾਂਜੀ, ਤਾਂ ਦੇਖੋ ਜੀ ਕਿ ਆਪਣੇ ਕੋਲੇ ਭਾਸ਼ਾਵਾਂ ਬਾਰੇ ਕਰਨਾ। ਆਪਾਂ ਪਹਿਲਾਂ ਕੀ ਆਪਣੇ ਕੋਲੇ 14 ਭਾਸ਼ਾਵਾਂ ਮੌਜੂਦ ਸੀਗੀਆਂ, ਬਾਅਦ ਵਿੱਚ ਕੀ ਨੇਗੀਆਂ 8 ਐਡ ਹੋਈਆਂ ਨੇਗੀਆਂ, ਤਾਂ ਹੀ ਕੀ ਹੈ 22 ਹੋਈਆਂ ਨੇਗੀਆਂ। ਉਹ ਕਿਵੇਂ ਕਿਵੇਂ ਹੋਈਆਂ ਨੇਗੀਆਂ ਆਪਾਂ ਦੇ ਦਾਂਗੇ ਕਿ ਪਹਿਲਾਂ ਕੀ ਹੈ ਇੱਕ ਭਾਸ਼ਾ ਐਡ ਕੀਤੀ, ਫਿਰ 3 ਹੋਈਆਂ, ਫਿਰ 4 ਹੋਈਆਂ। ਇਹ ਕਿਵੇਂ ਕਿਵੇਂ ਹੋਈਆਂ ਦੇਖੋ ਜੀ। ਪਹਿਲਾਂ ਦਾ ਕੀ ਹੈਗਾ 21ਵੀਂ ਸੋਧ ਕੀਤੀ ਗਈ ਆਪਣੇ ਸੰਵਿਧਾਨ ਦੇ ਵਿੱਚ, 21ਵੀਂ ਸੋਧ ਕੀਤੀ ਗਈ ਜਿਹਦੇ ਵਿੱਚ ਕੀ ਹੈਗਾ ਸਿੰਧੀ ਭਾਸ਼ਾ ਨੂੰ ਕੀ ਹੈ ਮਾਨਤਾ ਮਿਲੀ। ਸਿੰਧੀ ਭਾਸ਼ਾ ਨੂੰ ਕੀ ਆ ਮਾਨਤਾ ਮਿਲੀ, 21ਵੀਂ ਸੋਧ ਕੀਤੀ ਗਈ। ਇਹ ਕਦੋਂ ਕੀਤੀ ਗਈ ਜੀ 1967 ਦੇ ਵਿੱਚ, ਠੀਕ ਹੈ ਜੀ। ਤਾਂ ਹੁਣ ਕੀ ਹੈਗਾ 21ਵੀਂ ਸੋਧ ਹੋਈ ਤਾਂ 1967 ਦੇ ਵਿੱਚ ਕੀ ਆਪਣੇ ਕੋਲੇ 15 ਭਾਸ਼ਾਵਾਂ ਹੋ ਗਈਆਂ। ਉਦੋਂ ਬਾਅਦ ਕੀ ਹੈਗਾ ਕੁਝ ਟਾਈਮ ਪੈਣ ਤੇ ਕੀ 3 ਭਾਸ਼ਾਵਾਂ ਹੋਰ ਜੋੜੀ ਗਈਆਂ, ਕਿਹੜੀਆਂ ਕਿਹੜੀਆਂ ਸੀਗੀਆਂ ਨੇਪਾਲੀ, ਇਹ ਵਿਦੇਸ਼ੀ ਭਾਸ਼ਾ ਸੀਗੀ, ਕੋਂਕਣੀ ਅਤੇ ਮਣੀਪੁਰੀ। ਇਹ 3 ਭਾਸ਼ਾਵਾਂ ਨੂੰ ਕੀ ਹੈਗਾ ਮਾਨਤਾ ਪ੍ਰਾਪਤ ਮਿਲੀ ਸੀਗੀ ਆਪਣੇ ਇੰਡੀਅਨ ਕਨਸਟੀਟਿਊਸ਼ਨ ਵੱਲੋਂ। ਇਹਦੇ ਵਿੱਚ ਕਿਹੜਾ ਸੋਧ ਕੀਤਾ ਗਿਆ ਸੀਗਾ ਜੀ, ਇਹਦੇ ਵਿੱਚ 71ਵੀਂ ਸੋਧ ਕੀਤੀ ਗਈ ਸੀਗੀ, ਅਮੈਂਡਮੈਂਟ ਕੀਤਾ ਗਿਆ ਸੀਗਾ, ਠੀਕ ਹੈ ਜੀ। ਇਹ ਕਦੋਂ ਕੀਤਾ ਗਿਆ ਸੀਗਾ 1992 ਦੇ ਵਿੱਚ। ਤਾਂ ਦੇਖੋ ਕੀ ਹੈ ਹੁਣ ਆਪਣੇ ਕੋਲ ਕੀ 4 ਭਾਸ਼ਾਵਾਂ ਹੋਰ ਐਡ ਹੋ ਗਈਆਂ ਸੀਗੀਆਂ, ਆਪਣੇ ਕੋਲ ਕੁੱਲ ਕਿੰਨੀਆਂ ਭਾਸ਼ਾ ਹੋ ਗਈਆਂ ਸੀਗੀਆਂ 18 ਭਾਸ਼ਾਵਾਂ ਹੋ ਗਈਆਂ ਸੀਗੀਆਂ। ਉਸ ਤੋਂ ਬਾਅਦ ਕੀ 4 ਭਾਸ਼ਾਵਾਂ ਨੂੰ ਫਿਰ ਐਡ ਕੀਤਾ ਗਿਆ। ਉਹ ਕਿਹੜੀ ਕਿਹੜੀਆਂ ਭਾਸ਼ਾਵਾਂ ਸੀਗੀਆਂ ਦੇਖੋ ਜੀ, ਕਿਹੜੀ ਕਿਹੜੀਆਂ ਸੀਗੀਆਂ ਡੋਗਰੀ, ਸੰਥਾਲੀ, ठीक है, मैथिली ते बोडो।
ਇਹ ਚਾਰ ਭਾਸ਼ਾਵਾਂ ਨੂੰ ਕੀ ਹੈ ਮਾਨਤਾ ਪ੍ਰਾਪਤ ਮਿਲੀ ਸੀਗੀ। ਠੀਕ ਹੈ, ਇਹ ਕਿਹੜੀ ਸੋਧ ਕੀਤੀ ਗਈ ਸੀਗੀ? ਇਹ 92ਵੀਂ ਸੋਧ ਕੀਤੀ ਗਈ ਸੀਗੀ ਆਪਣੇ ਸੰਵਿਧਾਨ ਦੇ ਵਿੱਚ। ਠੀਕ ਹੈ ਜੀ, ਇਹ ਕਦੋਂ ਕੀਤੀ ਗਈ ਸੀਗੀ? 2003 ਦੇ ਵਿੱਚ ਕੀਤੀ ਗਈ ਸੀਗੀ। ਸੋ ਐਵੇਂ ਕੀ ਹੈਗਾ ਆਪਣੇ ਕੋਲੇ ਕੀ ਹੈ 4 3 7 1 8 8 ਭਾਸ਼ਾਵਾਂ ਹੋਰ ਐਡ ਹੋ ਗਈਆਂ ਸੀਗੀਆਂ ਤੇ ਹੁਣ ਆਪਣੇ ਕੋਲੇ ਕੀ ਹੈ ਕੁੱਲ 22 ਭਾਸ਼ਾਵਾਂ ਆਪਣੇ ਸੰਵਿਧਾਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਨਹੀਂ ਹੈ। ਠੀਕ ਹੈ ਜੀ, ਸੋ ਇਹ ਸੀਗਾ ਆਪਣੇ ਕੋਲੇ 8ਵੀਂ ਅਨੁਸੂਚੀ ਦੇ ਵਿੱਚ। ਠੀਕ ਹੈ ਜੀ, ਤਾਂ ਆਪਣੇ ਕੋਲੇ ਟੋਟਲ 22 ਭਾਸ਼ਾਵਾਂ ਹੁਣ ਹੋ ਚੁੱਕੀਆਂ ਨੇਗੀਆਂ। ਹਾਂਜੀ, ਤਾਂ ਇਹਦੇ ਚ ਇੱਕ ਐਕਸੈਪਸ਼ਨ ਹੈਗੀ। ਐਕਸੈਪਸ਼ਨ ਇਹਦੇ ਚ ਕੀ ਹੈ ਕਿ ਆਪਣੀ ਜਿਹੜੀ ਇੰਗਲਿਸ਼ ਹੈ, ਅੰਗਰੇਜ਼ੀ ਨੂੰ ਕੀ ਹੈਗਾ ਮਾਨਤਾ ਪ੍ਰਾਪਤ ਭਾਸ਼ਾ ਨਹੀਂ ਹੈਗੀ। ਇੰਗਲਿਸ਼ ਕੀ ਆਪਣੀ ਮਾਨਕ ਭਾਸ਼ਾ ਦੇ ਵਿੱਚ ਨਹੀਂ ਐਡ ਆਉਂਦੀ। ਠੀਕ ਹੈ ਜੀ, ਤਾਂ ਇਹ ਸੀਗਾ। ਉਸ ਤੋਂ ਬਾਅਦ ਆਪਾਂ ਕਰਦੇ ਹਾਂ 9ਵੀਂ ਬਾਰੇ। ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤਾਂ। ਠੀਕ ਹੈ ਜੀ, ਓਕੇ ਜੀ। ਹਾਂਜੀ, ਤਾਂ ਉਸ ਤੋਂ ਬਾਅਦ ਕੀ ਹੈਗਾ 9ਵੀਂ ਅਨੁਸੂਚੀ। 9ਵੀਂ ਅਨੁਸੂਚੀ ਕੀ ਸੀਗੀ? ਇਹ ਕੀ ਹੈਗਾ ਜਦੋਂ ਹੁਣ 9ਵੀਂ ਅਨੁਸੂਚੀ ਦੀ ਗੱਲ ਕੀਤੀ ਜਾਂਦੀ ਹੈ, ਪਹਿਲਾਂ ਆਪਣੇ ਕੋਲ 8 ਤਾਂ ਹੈਗੀਆਂ ਸੀਗੀਆਂ, 9ਵੀਂ ਅਨੁਸੂਚੀ ਸੀਗੀ ਤਾਂ ਇਹਦੀ ਕੀ ਇੱਕ ਸੋਧ ਨਾਲ ਆਈ ਸੀਗੀ। ਇਹ ਕੀ ਹੈਗਾ ਪਹਿਲੀ ਅਮੈਂਡਮੈਂਟ ਹੋਈ ਸੀਗੀ ਜੀ, ਪਹਿਲੀ ਅਮੈਂਡਮੈਂਟ, ਪਹਿਲੀ ਸੋਧ ਹੋਈ ਸੀਗੀ। ਇਹ ਕਦੋਂ ਹੋਈ ਸੀਗੀ? ਠੀਕ ਹੈ, ਸੰਵਿਧਾਨ ਦੇ ਲਾਗੂ ਹੋਣ ਤੋਂ ਅਗਲੇ ਹੀ ਸਾਲ ਲਾਗੂ ਹੋਈ ਸੀਗੀ। ਠੀਕ ਹੈ ਜੀ, ਇਹਦੇ ਵਿੱਚ ਕੀ ਸੀਗਾ? ਇਹਦੇ ਵਿੱਚ ਕੀ ਹੈ ਭੂਮੀ ਸੁਧਾਰ ਦੇ ਕਦੋਂ ਕਾਨੂੰਨ ਬਣਾਏ ਗਏ ਸੀਗੇ? ਭੂਮੀ ਸੁਧਾਰ ਕਾਨੂੰਨ ਬਣਾਏ ਗਏ ਸੀਗੇ। ਠੀਕ ਹੈ ਜੀ, ਪਹਿਲੀ ਸੋਧ ਹੋਈ ਸੀਗੀ 1951 ਦੇ ਵਿੱਚ, ਜਿਹਦੇ ਵਿੱਚ ਕਿ ਭੂਮੀ ਸੁਧਾਰ ਕਾਨੂੰਨ ਨੂੰ ਲਿਆਂਦਾ ਗਿਆ ਸੀਗਾ। ਠੀਕ ਹੈ ਜੀ, ਉਸ ਤੋਂ ਬਾਅਦ ਆ ਗਈ ਆਪਣੇ ਕੋਲੇ 10ਵੀਂ ਅਨੁਸੂਚੀ। ਦੇਖੋ 10ਵੀਂ ਵੀ ਕੀ ਹੈਗਾ ਸੋਧ ਕੀਤੀ ਗਈ ਹੋਊਗੀ। ਇਹਦੇ ਵਿੱਚ ਸੋਧ ਕਿਹੜੀ ਕੀਤੀ ਗਈ ਸੀਗੀ? ਇਹਦੇ ਚ 52ਵੀਂ ਸੋਧ ਕੀਤੀ ਗਈ ਸੀਗੀ। ਠੀਕ ਹੈ ਜੀ, ਤੇ ਇਹ ਕਦੋਂ ਕੀਤੀ ਗਈ ਸੀਗੀ ਜੀ? 52ਵੀਂ ਸੋਧ ਆਪਣੇ ਕੋਲ ਕੀਤੀ ਗਈ ਸੀ 1985 ਦੇ ਵਿੱਚ। ਠੀਕ ਹੈ, 1985 ਦੇ ਵਿੱਚ ਇਹ ਸੋਧ ਕੀਤੀ ਗਈ ਸੀਗੀ, ਜਿਹਦੇ ਵਿੱਚ ਕੀ ਹੈਗਾ ਕਿ ਦਲ ਬਦਲ ਤੇ ਰੋਕ ਲਾਈ ਸੀਗੀ। ਦਲ ਬਦਲ ਤੇ ਰੋਕ ਲਗਾਈ ਗਈ ਸੀਗੀ। ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਆਪਾਂ ਲਿਖੀਏ ਤਾਂ ਐਂਟੀ ਡਿਫੈਕਸ਼ਨ ਲਾਅ। ਠੀਕ ਹੈ, ਐਂਟੀ ਡਿਫੈਕਸ਼ਨ ਲਾਅ ਮਤਲਬ ਦਲ ਬਦਲ ਤੇ। ਜਿਵੇਂ ਕੀ ਹੈਗਾ ਆਪਾਂ ਐਗਜ਼ਾਮਪਲ ਦੇ ਨਾਲ ਕਰੀਏ ਕਿ ਕੋਈ ਪਾਰਟੀ, ਜਿਵੇਂ ਮੰਨ ਲਓ ਕੋਈ ਮੈਂਬਰ ਸੀਗਾ, ਠੀਕ ਹੈ, ਐਮਐਲਏ ਜਾਂ ਐਮਪੀ ਖੜਾ ਹੋ ਗਿਆ। ਠੀਕ ਹੈ, ਉਹਨੇ ਜਦੋਂ ਉਹ ਕੀ ਹੈਗਾ ਦੋਨੇ ਜਿੱਤ ਪ੍ਰਾਪਤ ਕਰ ਲਈ, ਕੀ ਆ ਉਹ ਆਪਦੀ ਕੀ ਹੈਗਾ ਸੀਟ ਨੂੰ ਆਪਣਾ ਕੀ ਹੋਰ ਪਾਰਟੀ 'ਚ ਨਹੀਂ ਜਾ ਸਕਦਾ ਸੀਗਾ। ਅਗਰ ਉਹ ਹੋਰ ਪਾਰਟੀ ਦੇ ਵਿੱਚ ਜਾਊਗਾ ਤਾਂ ਕੀ ਉਹਦੀ ਮਾਨਤਾ ਰੱਦ ਕੀਤੀ ਜਾਊਗੀ। ਠੀਕ ਹੈ ਜੀ, ਤਾਂ ਇਹ ਚੀਜ਼ ਕਹਦੇ ਚ ਵੀ ਉਹਦੀ ਕੀ ਜਿੱਤ ਨੂੰ ਕੀ ਹੈ ਵੈਲਿਡ ਨਹੀਂ ਮੰਨਿਆ ਜਾਊਗਾ। ਠੀਕ ਹੈ, ਤਾਂ ਇਹ ਸੀ ਇਹਦੇ ਚ ਵੀ ਦਲ ਬਦਲ ਤੇ ਰੋਕ ਲਗਾਈ ਸੀਗੀ ਵੀ ਕੀ ਹੈ ਜਿੱਤਣ ਤੋਂ ਬਾਅਦ ਕੋਈ ਵੀ ਕੀ ਹੈ ਮੰਤਰੀ ਦੂਜੀ ਪਾਰਟੀ ਦੇ ਵਿੱਚ ਨਾ ਜਾ ਸਕੇ। ਠੀਕ ਹੈ ਜੀ, ਇਹ ਸੀਗਾ ਆਪਣੇ ਕੋਲੇ। ਉਸ ਤੋਂ ਬਾਅਦ ਆਪਾਂ ਇੱਕ ਵਾਰੀ ਇਰੇਜ਼ ਕਰ ਲਈਏ ਇਹਨੂੰ, 11ਵੀਂ ਤੇ 12ਵੀਂ ਕਰਦੇ ਹਾਂ। ਠੀਕ ਹੈ ਜੀ, ਤਾਂ 11ਵੀਂ ਅਨੁਸੂਚੀ ਦੇ ਵਿੱਚ ਕੀ ਦੱਸਿਆ ਗਿਆ ਸੀਗਾ? ਠੀਕ ਹੈ ਜੀ, ਤਾਂ ਇਹਦੇ ਵਿੱਚ ਵੀ ਇੱਕ ਸੋਧ ਹੋਈ ਹੋਊਗੀ। ਇਹਦੇ ਵਿੱਚ ਕੀ ਪੰਚਾਇਤੀ ਰਾਜ ਦਾ ਜ਼ਿਕਰ ਸੀਗਾ। ਪੰਚਾਇਤੀ ਰਾਜ ਦਾ ਜ਼ਿਕਰ ਸੀਗਾ ਜੀ। ਪੰਚਾਇਤੀ ਰਾਜ ਕਿਵੇਂ? ਪੰਚਾਇਤੀ ਰਾਜ ਦੀਆਂ ਜ਼ਿੰਮੇਵਾਰੀਆਂ, ਠੀਕ ਹੈ, ਪੰਚਾਇਤੀ ਰਾਜ ਦੀਆਂ ਜ਼ਿੰਮੇਵਾਰੀਆਂ, ਠੀਕ ਹੈ, ਨੂੰ ਦੱਸਿਆ ਗਿਆ ਸੀਗਾ, ਉਹਦੀਆਂ ਪਾਵਰਸ, ਠੀਕ ਹੈ, ਉਹਦੇ ਬਾਰੇ ਦੱਸਿਆ ਗਿਆ ਸੀਗਾ। ਠੀਕ ਹੈ, ਇਹ ਕਦੇ ਨਾ ਆਇਆ ਸੀਗਾ ਜੀ 73ਵੀਂ ਸੋਧ ਕੀਤੀ ਗਈ ਸੀਗੀ 1992 ਦੇ ਵਿੱਚ, ਤੇ ਇਹਨੂੰ ਕੀ ਇੰਪਲੀਮੈਂਟ ਕਦੋਂ ਕੀਤਾ ਗਿਆ ਸੀਗਾ? 93 ਵਿੱਚ। ਆਪਾਂ 92 93 ਕਹਿ ਸਕਦੇ ਵੀ 92 ਦੇ ਵਿੱਚ ਕੀ ਹੈ ਅਮੈਂਡਮੈਂਟ ਲੈ ਕੇ ਆਂਦੀ ਗਈ ਸੀਗੀ ਤੇ ਜਿਹੜਾ ਪਾਸ ਹੋਇਆ ਸੀਗਾ ਬਿੱਲ ਆਪਣਾ, ਠੀਕ ਹੈ, ਇਹ ਕੀ ਹੈ 93 ਦੇ ਵਿੱਚ ਲਾਗੂ ਹੋ ਗਿਆ ਸੀਗਾ। ਪੰਚਾਇਤੀ ਰਾਜ ਦਾ ਜ਼ਿਕਰ ਹੈਗਾ, ਜਿਹਦੇ ਵਿੱਚ ਕੀ ਹੈਗਾ 29, ਠੀਕ ਹੈ, ਮੈਟਰਸ ਨੇਗੇ। ਠੀਕ ਹੈ, ਆਪਾਂ ਮੁੱਦੇ ਕਹਿ ਸਕਦੇ, ਠੀਕ ਹੈ, 29 ਮੁੱਦੇ ਨੇਗੇ ਜਾਂ ਵਿਸ਼ੇ ਕਹਿ ਲਓ ਤੁਸੀਂ। 29 ਵੱਧ ਤੋਂ ਵੱਧ 29 ਵਿਸ਼ੇ ਨੇਗੇ, ਮਤਲਬ ਕਈਆਂ ਨੂੰ ਵੱਧ ਕਿਸੇ ਚ ਘੱਟ ਹੈਗਾ। ਠੀਕ ਹੈ, ਕਿਸੇ ਪਿੰਡਾਂ ਦੇ ਵਿੱਚ ਤਾਂ ਕੀ 29 ਮੁੱਦਿਆਂ ਦੇ ਉੱਪਰ ਕੰਮ ਕਰਦੀ ਹੈ ਪੰਚਾਇਤੀ, ਠੀਕ ਹੈ, ਰਾਜ ਦਾ। ਤਾਂ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ, ਦੇਖੋ ਪੰਚਾਇਤੀ ਰਾਜ ਕੀ ਹੈਗਾ, ਇਹਨੂੰ ਆਪਾਂ ਗਾਂਧੀ ਜੀ ਦੇ ਮੂਲ ਵਿਚਾਰ ਵੀ ਕਹਿੰਦੇ ਆਪਾਂ। ਗਾਂਧੀ ਜੀ ਦੇ ਮੂਲ ਵਿਚਾਰ ਕਿਵੇਂ ਕਹਿੰਦੇ ਆਪਾਂ ਕੀ ਹੈ ਇਹਨੂੰ, ਇਹਦੇ ਜ਼ਿਕਰ ਕੀ ਹੈ ਆਰਟੀਕਲ ਨੰਬਰ 40 ਦੇ ਵਿੱਚ ਵੀ ਕੀਤਾ ਗਿਆ ਹੈਗਾ। ਠੀਕ ਹੈ, 40 ਆਰਟੀਕਲ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਹੈਗਾ ਕਿ ਪੰਚਾਇਤੀ ਰਾਜ ਬਾਰੇ ਕੀ
ਕੀ ਹੈਗੀ ਇਹ ਗਾਂਧੀ ਦੇ ਕੀ ਮੂਲ ਵਿਚਾਰ ਦੇ ਬਾਰੇ ਸੀਗੀ। ਠੀਕ ਹੈ ਜੀ, ਇਹਦੇ ਵਿੱਚ ਕੀ ਨੇਗੇ 29 ਮੁੱਦੇ ਨੇਗੇ। ਠੀਕ ਹੈ ਜੀ, ਤੇ ਜਿਹੜਾ ਕੀ ਪੰਚਾਇਤੀ ਰਾਜ ਦਾ ਮਤਲਬ ਸਟਾਰਟ ਕੀਤਾ ਗਿਆ ਸੀਗਾ ਪੰਚਾਇਤੀ ਰਾਜ ਪਹਿਲਾਂ ਕੀ ਰਾਜਸਥਾਨ ਦੇ ਵਿੱਚ ਸਟਾਰਟ ਕੀਤਾ ਗਿਆ ਸੀਗਾ। ਠੀਕ ਹੈ, ਜਿਹੜੀ 3 ਸਤਰੀय ਸਰਕਾਰ ਬਣਾਈ ਗਈ ਸੀਗੀ ਆਪਣੀ ਪੰਚਾਇਤੀ ਰਾਜ ਦਾ ਸਿਸਟਮ ਆ, ਇਹ ਕੀ ਹੈਗਾ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਤੋਂ ਸਟਾਰਟ ਕੀਤਾ ਗਿਆ ਸੀਗਾ ਜੀ। ਨਗੌਰ ਰਾਜਸਥਾਨ ਦਾ ਜ਼ਿਲ੍ਹਾ ਹੈਗਾ, ਕਦੋਂ ਕੀਤਾ ਗਿਆ ਸੀਗਾ ਜੀ 2 ਅਕਤੂਬਰ 1959 ਨੂੰ। ਕਈ ਵਾਰੀ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੈਗਾ ਵੀ ਪੰਚਾਇਤੀ ਜਿਹੜੀ ਆਪਣੀ 3 ਸਤਰੀय ਸਰਕਾਰ ਬਣਾਈ ਗਈ ਸੀਗੀ ਆਪਣੀ ਕਮੇਟੀ ਪੰਚਾਇਤੀ ਰਾਜ ਦਾ ਕੀ ਆ ਉਹ ਕਦੋਂ ਇੰਪਲੀਮੈਂਟ ਹੋਈ, ਰਾਜਸਥਾਨ ਦੇ ਵਿੱਚ ਪਹਿਲਾਂ ਅਡਾਪਟ ਕੀਤਾ। ਠੀਕ ਹੈ, ਕਿਹੜੇ ਜ਼ਿਲ੍ਹੇ ਦੇ ਵਿੱਚ ਨਗੌਰ ਦੇ ਵਿੱਚ 2 ਅਕਤੂਬਰ 1959 ਕੀਤੀ ਗਾਂਧੀ ਜੀ ਦੇ ਜਨਮ ਦਿਵਸ ਦੇ ਉੱਪਰ। ਠੀਕ ਹੈ ਜੀ, ਤਾਂ ਇਹ ਸੀਗਾ ਆਪਣਾ 11ਵੀਂ ਅਨੁਸੂਚੀ ਬਾਰੇ। ਉਦੋਂ ਬਾਅਦ ਕਰਦੇ ਆਪਾਂ 12ਵੀਂ ਅਨੁਸੂਚੀ ਬਾਰੇ। 12ਵੀਂ ਦੇ ਵਿੱਚ ਕੀ ਹੈਗਾ ਦੇਖੋ ਜੀ, ਹੁਣ ਕੀ ਹੈਗਾ ਪੰਚਾਇਤੀ ਰਾਜ ਬਾਰੇ ਸੀਗਾ, ਇਹ ਕੀ ਪਿੰਡਾਂ ਦੇ ਵਿੱਚ ਹੁੰਦੀਆਂ, ਹੁਣ ਸ਼ਹਿਰਾਂ ਦੇ ਵਿੱਚ ਕੀ ਹੈਗਾ ਨਗਰ ਨਿਗਮ ਬਾਰੇ ਹੈਗਾ। ਠੀਕ ਹੈ ਜੀ, ਸ਼ਹਿਰੀ ਪ੍ਰਸ਼ਾਸਨ ਬਾਰੇ ਜਾਂ ਤੁਸੀਂ ਨਗਰ ਨਿਗਮ ਕਹਿ ਸਕਦੇ ਹੋ। ਠੀਕ ਹੈ, ਸ਼ਹਿਰੀ ਨਿਗਮ ਦੇ ਬਾਰੇ। ਠੀਕ ਹੈ, ਇਹਦੇ ਵਿੱਚ ਵੀ ਕੀ ਹੈਗਾ ਅਮੈਂਡਮੈਂਟ ਕੀਤਾ ਗਿਆ ਸੀਗਾ 74ਵਾਂ ਅਮੈਂਡਮੈਂਟ। ਠੀਕ ਹੈ, 74ਵੀਂ ਸੋਧ ਕੀਤੀ ਗਈ ਸੀਗੀ ਜੀ, ਇਹ ਵੀ ਕੀ ਹੈ ਸੇਮ ਹੀ ਸੀਗਾ 1992 93 ਦੇ ਵਿੱਚ। ਠੀਕ ਹੈ, ਤੇ ਸ਼ਹਿਰੀ ਪ੍ਰਸ਼ਾਸਨ ਬਾਰੇ ਨਗਰ ਨਿਗਮ ਬਾਰੇ ਦੱਸਿਆ ਗਿਆ ਸੀਗਾ ਇਹਦੇ ਵਿੱਚ। ਠੀਕ ਹੈ, ਇਹਦੇ ਵਿੱਚ ਕੀ ਜਿਵੇਂ ਇਹਦੇ ਵਿੱਚ 29 ਵਿਸ਼ੇ ਸੀਗੇ ਤਾਂ ਇਹਦੇ ਵਿੱਚ ਕੀ ਵੱਧ ਤੋਂ ਵੱਧ ਕਿੰਨੇ ਸੀਗੇ 18 ਵਿਸ਼ਿਆਂ ਦੇ ਬਾਰੇ ਗੱਲ ਕੀਤੀ ਗਈ ਸੀਗੀ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ 18 ਵਿਸ਼ਿਆਂ ਬਾਰੇ ਹੀ ਗੱਲ ਕੀਤੀ ਗਈ ਸੀਗੀ। ਠੀਕ ਹੈ, ਤਾਂ ਇਹ ਸੀਗੇ ਜੀ ਆਪਣੀਆਂ 12 ਅਨੁਸੂਚੀਆਂ। ਠੀਕ ਹੈ, ਬਹੁਤ ਹੀ ਆਪਾਂ 2 ਕਲਾਸਾਂ ਦੇ ਵਿੱਚ ਇਹਨੂੰ ਕੰਪਲੀਟ ਕਰ ਲਿਆ, ਬਹੁਤ ਹੀ ਈਜ਼ੀ ਹੈ ਟੌਪਿਕ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਠੀਕ ਹੈ ਜੀ, ਤਾਂ ਇਹ ਸੀਗੇ ਆਪਣੇ ਕੋਲੇ। ਤਾਂ ਇੱਕ ਵਾਰੀ ਆਪਾਂ ਰਿਵੀਜ਼ਨ ਲੈ ਲਈਏ, ਅੱਜ ਆਪਾਂ ਕੀ ਹੈ ਇਹਨੂੰ ਰੇਜ਼ ਕਰ ਦਈਏ ਆਪਾਂ, ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤਾਂ। ਠੀਕ ਹੈ, ਸੋ ਆਪਾਂ ਇਹਦੇ 'ਚ ਗੱਲ ਕਰ ਲੈਂਦੇ ਹਾਂਗੇ 8ਵੀਂ ਦੇ ਵਿੱਚ ਕੀ ਆਪਾਂ ਭਾਸ਼ਾਵਾਂ ਬਾਰੇ ਗੱਲ ਕੀਤੀ ਗਈ ਹੈ। ਠੀਕ ਹੈ, ਭਾਸ਼ਾਵਾਂ ਪਹਿਲਾਂ ਕਿੰਨੀਆਂ ਸੀਗੀਆਂ ਆਪਣੇ ਕੋਲ 14, ਬਾਅਦ ਦੇ ਵਿੱਚ ਕੀ ਹੈ 8, ਤਾਂ ਟੋਟਲ ਹੁਣ ਭਾਸ਼ਾਵਾਂ ਕਿੰਨੀਆਂ ਨੇ ਆਪਣੇ ਕੋਲੇ 22 ਨਹੀਂ ਆ। 9ਵੀਂ ਦੇ ਵਿੱਚ ਕੀ ਹੈਗਾ ਭੂਮੀ ਸੰਬੰਧੀ ਠੀਕ ਹੈ ਸੁਧਾਰ ਨੇ, ਭੂਮੀ ਸੁਧਾਰ ਦੇ ਕਾਨੂੰਨਾਂ ਬਾਰੇ ਗੱਲ ਕੀਤੀ ਗਈ ਹੈ। ਠੀਕ ਹੈ, ਇਹ ਕੀ ਕੀਤਾ ਗਿਆ ਸੀਗਾ ਪਹਿਲੀ ਸੋਧ ਕੀਤੀ ਗਈ ਸੀਗੀ, ਕਦੋਂ ਕੀਤੀ ਗਈ ਸੀਗੀ 1951 ਦੇ ਵਿੱਚ। 10ਵੀਂ ਆਪਾਂ ਕੀਤੀ ਸੀਗੀ ਕਿ ਦਲ ਬਦਲ ਤੇ ਰੋਕ ਲਗਾਈ ਸੀਗੀ, ਦਲ ਬਦਲ ਤੇ ਰੋਕ ਲਗਾਈ ਸੀਗੀ। ਇਹ ਕਿੰਨਵਾਂ ਸੀਗਾ 52ਵੀਂ ਸੋਧ ਸੀਗੀ, ਸੌਰੀ ਸੋਧ ਕੀਤੀ ਗਈ ਸੀਗੀ। ਇਹ ਕਿੰਨੇ ਵਿੱਚ ਕੀਤੀ ਗਈ ਸੀਗੀ 85 ਦੇ ਵਿੱਚ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਆਪਣੇ ਕੋਲ ਕੀ 11ਵਾਂ ਕੀਤਾ ਸੀਗਾ ਆਪਾਂ 11ਵੀਂ ਦੇ ਵਿੱਚ ਕੀ ਸੀਗਾ ਕਿ ਪੰਚਾਇਤੀ ਰਾਜ ਬਾਰੇ। ਪੰਚਾਇਤੀ ਰਾਜ ਦਾ ਜ਼ਿਕਰ ਸੀਗਾ, ਜਿਹਦੇ ਵਿੱਚ ਕੀ ਹੈਗਾ ਕਿਹੜੀ ਅਮੈਂਡਮੈਂਟ ਕੀਤੀ ਗਈ ਸੀਗੀ ਇਹਦੇ ਚ 73ਵੀਂ ਸੋਧ ਕੀਤੀ ਗਈ ਸੀਗੀ। ਕਦੋਂ ਕੀਤੀ ਗਈ ਸੀਗੀ ਇਹ 1992 93 ਦੇ ਵਿੱਚ। ਠੀਕ ਹੈ ਜੀ, ਤੇ 12ਵਾਂ ਕੀ ਹੈਗਾ ਸ਼ਹਿਰੀ ਬਾਰੇ ਸੀਗਾ, ਸ਼ਹਿਰੀ ਪ੍ਰਸ਼ਾਸਨ ਬਾਰੇ। ਇਹ ਕਿੰਨੀ ਅਮੈਂਡਮੈਂਟ ਕੀਤੀ ਗਈ ਸੀਗੀ 74ਵੀਂ। ਠੀਕ ਹੈ, ਇਕੱਠੇ ਹੀ ਨਹੀਂ ਆ। ਠੀਕ ਹੈ, ਤਾਂ ਇਹ ਕੀਤੀ ਗਈ ਸੀਗੀ ਜੀ 1992 93 ਦੇ ਵਿੱਚ। ਠੀਕ ਹੈ ਜੀ, ਇਹ ਸੀਗੀ ਆਪਣੇ ਕੋਲੇ ਕਲਾਸ ਆਪਣੀ ਹੈ। ਠੀਕ ਹੈ, ਅਨੁਸੂਚੀਆਂ ਦੀ। ਠੀਕ ਹੈ, ਆਪਾਂ ਇਹਦੇ 'ਚ ਕੀ ਥੋੜੀ ਇੱਕ ਗੱਲ ਹੋਰ ਕਰ ਦਿਆਂਗੇ। ਠੀਕ ਜੀ, ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ। ਠੀਕ ਹੈ, ਉਸ ਤੋਂ ਬਾਅਦ ਹਾਂਜੀ ਦੇਖੋ, ਤਾਂ ਆਪਾਂ ਅਨੁਸੂਚੀਆਂ ਆਪਣੀਆਂ ਹੋ ਚੁੱਕੀਆਂ ਨੇਗੀਆਂ, ਤੇ ਉਦੋਂ ਬਾਅਦ ਕੀ ਇੱਕ ਆਪਾਂ ਇੱਕ ਛੋਟਾ ਜਿਹਾ ਟੌਪਿਕ ਚੀਜ਼ ਪੜ੍ਹੀ ਸੀਗੀ ਇਹਦੇ ਵਿੱਚ ਕੀ ਇੱਕ ਸੋਧ ਬਾਰੇ, ਸੋਧ ਬਾਰੇ। ਠੀਕ ਹੈ, ਇੰਗਲਿਸ਼ ਨੂੰ ਕੀ ਕਹਿੰਦੇ ਆਪਾਂ ਅਮੈਂਡਮੈਂਟ ਬਾਰੇ। ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਹੈਗਾ ਅਮੈਂਡਮੈਂਟ ਦਾ ਜ਼ਿਕਰ ਕੀਤਾ ਗਿਆ। ਠੀਕ ਹੈ, ਤਾਂ ਦੇਖੋ ਜੀ ਅਮੈਂਡਮੈਂਟ ਕੀ ਹੁੰਦੀ ਆ। ਠੀਕ ਹੈ, ਆਪਾਂ ਅਮੈਂਡਮੈਂਟ ਬਾਰੇ ਜਾਣਦੇ ਹਾਂ। ਠੀਕ ਹੈ, ਅਮੈਂਡਮੈਂਟ ਬਾਰੇ ਕੀ ਚੀਜ਼ ਹੈਗਾ ਕਿ ਅਮੈਂਡਮੈਂਟ ਮਤਲਬ ਸੋਧ ਕੋਈ ਬਦਲਾਵ ਕਰਨਾ, ਜਿਹੜਾ ਆਪਣਾ ਮੂਲ ਸੰਵਿਧਾਨ ਬਣਿਆ ਸੀਗਾ, ਤੇ ਜੇ ਮਤਲਬ ਕਿ ਆਪਣੇ ਪਾਰਲੀਮੈਂਟ ਆਪਣੇ ਸੰਸਦ ਨੂੰ ਲੱਗਦਾ ਗਾ ਥੋੜਾ ਬਹੁਤਾ ਕੀ ਇਹਦੇ 'ਚ ਆਪਾਂ ਚੇਂਜ ਕਰਨਾ ਗਾ। ਠੀਕ ਹੈ,
ਕਾਨੂੰਨ ਨੂੰ ਕਿ ਚੇਂਜ ਕਰਨਾ ਤਾਂ ਆਪਾਂ ਕੀ ਕਾਨੂੰਨ ਨੂੰ ਚੇਂਜ ਕਰ ਸਕਦੇ ਹਾਂਗੇ। ਠੀਕ ਹੈ, ਉਹਦੇ ਲਈ ਕੀ ਹੈਗਾ ਸੋਧ ਕੀਤੀ ਜਾਂਦੀ ਹੈ, ਥੋੜਾ ਬਹੁਤ ਚੇਂਜਸ। ਠੀਕ ਹੈ, ਟਾਈਮ ਟੂ ਟਾਈਮ ਚੇਂਜ ਕੀਤਾ ਜਾਂਦਾ ਹੈਗਾ। ਜਿਵੇਂ ਆਪਾਂ ਗੱਲ ਕਰੀਏ ਇੰਟਰਨੈਟ ਬਾਰੇ, ਦੇਖੋ ਜੀ ਇੰਟਰਨੈਟ ਲੌਸ ਦੇ ਬਾਰੇ ਕੀ ਹੈਗਾ ਕੋਈ ਗੱਲ ਨਹੀਂ ਕੀਤੀ ਗਈ ਸੀਗੀ ਜਦੋਂ ਕਿ ਸੰਵਿਧਾਨ ਬਣ ਕੇ, ਕਿਉਂਕਿ ਉਸ ਟਾਈਮ ਇੰਟਰਨੈਟ ਦਾ ਇੰਨਾ ਕੋਈ ਹੈ ਨਹੀਂ ਸੀਗਾ। ਹੁਣ ਕੀ ਹੈਗਾ ਇੰਟਰਨੈਟ ਦਾ ਸਿਸਟਮ ਆ ਗਿਆ ਤਾਂ ਕੀ ਥੋੜੀ ਮੋਟੀਆਂ ਅਮੈਂਡਮੈਂਟਸ ਇਹਦੇ ਬਾਰੇ ਕਰਨੇ ਪੈ ਰਹੀਆਂ ਨਹੀਂ ਆ, ਜਿਵੇਂ ਪੁਲਿਸ ਪ੍ਰਸ਼ਾਸਨ ਹੋ ਗਿਆ ਉਹਨਾਂ ਬਾਰੇ ਕਰਨੇ ਪੈ ਰਹੇ ਨਹੀਂ ਆ। ਠੀਕ ਹੈ, ਕੋਈ ਕਮਿਸ਼ਨ ਵਗੈਰਾ ਬਣਾਉਣੇ ਪੈਂਦੇ ਨੇਗੇ। ਠੀਕ ਹੈ, ਤਾਂ ਉਹਦੇ ਲਈ ਕੀ ਹੈਗਾ ਕੁਝ ਕੁ ਚੇਂਜਸ ਕਰਨੇ ਪੈਂਦੇ ਨੇ ਟਾਈਮ ਟੂ ਟਾਈਮ, ਥੋੜਾ ਜਿਹਾ ਅਪਗ੍ਰੇਡ ਰਹਿਣ ਦੇ ਲਈ। ਤਾਂ ਕੀ ਹੈ ਉਹਦੇ ਲਈ ਕੀ ਆਪਣੀ ਸੰਸਦ ਕੀ ਕਰ ਦੇਗੀ ਅਮੈਂਡਮੈਂਟ ਕਰ ਦਿੰਦੀ ਹੈ ਪੁਰਾਣੇ ਸੰਵਿਧਾਨ ਦੇ ਵਿੱਚ। ਠੀਕ ਹੈ ਜੀ, ਤਾਂ ਇਹ ਸੀਗੀ ਸੋਧ। ਤਾਂ ਹੁਣ ਆਪਾਂ ਸੋਧ ਬਾਰੇ ਜਾਣਦੇ ਵੀ ਸੋਧ ਆਪਾਂ ਕਿੱਥੋਂ ਲਈ ਹੈ, ਕਿਹੜੇ ਆਰਟੀਕਲ ਦੇ ਅੰਦਰ ਆਉਂਦੀ ਹੈ। ਠੀਕ ਹੈ ਜੀ, ਤਾਂ ਦੇਖੋ ਜਿਹੜੀ ਆਪਣੀ ਅਮੈਂਡਮੈਂਟ ਹੈਗੀ, ਅਮੈਂਡਮੈਂਟ ਦਾ ਜ਼ਿਕਰ ਕੀ ਹੈਗਾ ਭਾਗ 20ਵੇਂ ਭਾਗ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈਗਾ। ਠੀਕ ਹੈ, ਤੇ ਆਰਟੀਕਲ ਦੀ ਜੇ ਆਪਾਂ ਗੱਲ ਕਰੀਏ ਅਨੁਛੇਦ ਦੀ, ਠੀਕ ਹੈ, ਤਾਂ 368 368 ਆਰਟੀਕਲ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈਗਾ। ਠੀਕ ਹੈ, ਤੇ ਜੇ ਮੰਨ ਲਓ ਆਪਾਂ ਕੋਈ ਵੀ ਸੋਧ ਕਰਨੀ ਹੈਗੀ, ਠੀਕ ਹੈ, ਤਾਂ ਸੋਧ ਕਾਦੇ ਕਿਹੜੇ ਭਾਗ ਦੇ ਵਿੱਚ ਹੈ ਜ਼ਿਕਰ ਭਾਗ 20ਵੇਂ ਦੇ ਵਿੱਚ। ਅਨੁਛੇਦ ਕਿਹੜਾ ਹੈਗਾ 368, ਭਾਗ 20ਵੇਂ ਦੇ ਵਿੱਚ ਇੱਕੋ ਹੀ ਆਰਟੀਕਲ ਹੈਗਾ। ਠੀਕ ਹੈ, ਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਅਮੈਂਡਮੈਂਟ ਦੀ ਪ੍ਰੋਸੈਸ ਹੈਗੀ, ਇਹ ਅਮੈਂਡਮੈਂਟ ਬਾਰੇ ਆਪਾਂ ਕਿੱਥੋਂ ਲਿਆ ਗਿਆ ਹੈਗਾ। ਠੀਕ ਹੈ, ਤਾਂ ਜਿਵੇਂ ਆਪਾਂ ਕੀ ਹੈ ਸਰੋਤ ਹੈਗਾ ਵੀ ਆਪਾਂ ਜਿਵੇਂ ਕਾਫੀ ਚੀਜ਼ਾਂ ਆਪਾਂ ਅਮਰੀਕਾ ਤੋਂ ਲਈਆਂ ਨੇ, ਕਈ ਆਪਾਂ ਚੀਜ਼ਾਂ ਲਈਆਂ ਨੇਗੀਆਂ ਜਿਵੇਂ ਚਾਈਨਾ ਤੋਂ ਲਈਆਂ ਨੇਗੀਆਂ ਆਪਾਂ। ਠੀਕ ਹੈ, ਕੋਈ ਆਪਾਂ ਬ੍ਰਿਟੇਨ ਤੋਂ ਲਈ ਹੈ। ਉਦਾਂ ਹੀ ਜਿਹੜੀ ਕੀ ਹੈਗਾ ਸੋਧ ਕਰਨ ਦੀ ਪ੍ਰਕਿਰਿਆ, ਠੀਕ ਹੈ, ਇਹ ਆਪਾਂ ਕਿੱਥੋਂ ਲਈਏ ਸਾਊਥ ਅਫਰੀਕਾ ਤੋਂ ਲਈਏ। ਸਾਊਥ ਅਫਰੀਕਾ ਤੋਂ ਲਈ ਗਈ ਹੈ, ਤੁਸੀਂ ਕਹਿ ਸਕਦੇ ਹੋ ਦੱਖਣੀ ਅਫਰੀਕਾ ਤੋਂ ਕੀ ਹੈ ਇਹ ਪ੍ਰੋਸੈਸ ਲਈ ਗਈ ਹੈ ਸੋਧ ਕਰਨ ਦੀ ਪ੍ਰਕਿਰਿਆ। ਆਪਾਂ ਸਾਊਥ ਅਫਰੀਕਾ ਤੋਂ ਸਿੱਖਿਆਗਾ ਕਿ ਆਪਾਂ ਆਪਣੇ ਸੰਵਿਧਾਨ ਦੇ ਵਿੱਚ ਅਗਰ ਕੋਈ ਟਾਈਮ ਟੂ ਟਾਈਮ ਚੇਂਜਸ ਕਰਨ ਦੀ ਲੋੜ ਪੈਂਦੀ ਹੈ ਤਾਂ ਆਪਾਂ ਕੀ ਹੈ ਸੋਧ ਕਰ ਸਕਦੇ ਹਾਂ। ਠੀਕ ਹੈ ਜੀ, ਤਾਂ ਥੋੜਾ ਜਿਹਾ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ ਸੋਧ ਕਿਵੇਂ ਕਿਵੇਂ ਕੀਤੀ ਜਾਂਦੀ ਹੈ। 368 ਆਰਟੀਕਲ ਦੇ ਤਹਿਤ ਕੀਤੀ ਜਾਂਦੀ ਹੈ। ਹਾਂਜੀ, ਤੇ ਜਿਹੜੀ ਸੋਧ ਹੈ, ਠੀਕ ਹੈ, ਇਹ ਕੀ ਹੈਗਾ ਤਿੰਨ ਤਰੀਕੇ ਨਾਲ ਕੀਤੀ ਜਾਂਦੀ ਆ। ਸੋਧ ਹੈ ਜਿਹੜੀ ਇਹ ਕੀ ਹੈ ਤਿੰਨ ਤਰੀਕੇ ਨਾਲ ਕੀਤੀ ਜਾਂਦੀ ਹੈ। ਠੀਕ ਹੈ ਜੀ, ਇੱਕ ਤਾਂ ਹੁੰਦਾ ਹੈਗਾ ਸਿੰਪਲ ਮੈਜੋਰਿਟੀ। ਠੀਕ ਹੈ, ਠੀਕ ਹੈ, ਸਧਾਰਨ ਬਹੁਮਤ ਨਾਲ। ਠੀਕ ਹੈ, ਇਹਨੂੰ ਤੁਸੀਂ ਪੰਜਾਬੀ ਚ ਕਹਿ ਸਕਦੇ ਹੋ ਸਧਾਰਨ। ਠੀਕ ਹੈ, ਪਹਿਲੇ ਤਰੀਕੇ ਨਾਲ। ਦੂਸਰਾ ਕੀ ਕਹਿ ਸਕਦੇ ਆਪਾਂ ਐਬਸੋਲੂਟ ਮੈਜੋਰਿਟੀ। ਠੀਕ ਹੈ, ਕੀ ਹੈ ਪੂਰੇ ਬਹੁਮਤ ਨਾਲ। ਠੀਕ ਹੈ, ਠੀਕ ਹੈ, ਪੂਰੇ ਬਹੁਮਤ ਨਾਲ। ਠੀਕ ਹੈ, ਸਧਾਰਨ ਦੇ ਵਿੱਚ ਕਿਵੇਂਗਾ, ਠੀਕ ਹੈ, ਸਧਾਰਨ ਬਹੁਮਤ ਮੰਨ ਲਓ ਕੀ ਹੈਗਾ ਕੋਈ ਵੀ ਇਹੋ ਜਿਹਾ ਮੈਟਰ ਹੈ ਜਿਹਦੇ ਤੇ ਸੋਧ ਕਰਨੀ ਪੈ ਰਹੀ ਹੈ ਕਿ ਛੋਟਾ ਮੋਟਾ ਮੈਟਰ ਹੈਗਾ। ਠੀਕ ਹੈ, ਤਾਂ ਉਹਦੇ ਲਈ ਕੀ ਹੈਗਾ 1/2 ਮਤਲਬ 50% ਸਹਿਮਤੀ ਚਾਹੀਦੀ ਹੁੰਦੀ ਹੈਗੀ ਸੰਸਦ ਦੀ। ਜੇ ਥੋੜਾ ਅਗਰ ਵੱਡਾ ਮੈਟਰ ਹੈਗਾ ਆ ਗਿਆ, ਠੀਕ ਹੈ, ਜਿਵੇਂ ਆਪਾਂ ਕਹੀਏ ਵੀ ਕਿਸੇ ਪਾਣੀ ਨੂੰ ਲੈ ਕੇ, ਨਹਿਰਾਂ ਨੂੰ ਲੈ ਕੇ, ਠੀਕ ਹੈ, ਤਾਂ ਨਦੀਆਂ ਨੂੰ ਲੈ ਕੇ ਆਪਾਂ ਉਹਦੇ 'ਚ ਕੀ ਹੈਗਾ ਵੱਡਾ ਮੈਟਰ ਹੋ ਗਿਆ ਥੋੜਾ ਜਿਹਾ, ਤਾਂ ਉਹਦੇ ਲਈ ਕੀ ਹੈਗਾ ਸੰਸਦ ਵੱਲੋਂ 2/3 ਬਹੁਮਤ ਬਹੁਤ ਜ਼ਰੂਰੀ ਹੁੰਦਾ। ਅਗਰ ਆਪਾਂ ਪਰਸੈਂਟੇਜ ਦੇ ਵਿੱਚ ਦੇਖੀਏ ਤਾਂ 50% ਸਹਿਮਤੀ ਹੁੰਦੀ ਹੈ ਇਹਦੇ ਲਈ। ਠੀਕ ਹੈ, ਅਗਰ ਛੋਟਾ ਮੋਟਾ ਮੈਟਰ ਤਾਂ ਥੋੜਾ ਛੋਟਾ ਮਤਲਬ ਥੋੜਾ ਮੈਟਰ ਅਗਰ ਵੱਡਾ ਹੁੰਦਾ ਕਿਸੇ ਤੇ, ਠੀਕ ਹੈ, ਮੁੱਦਾ ਵੱਡਾ ਹੁੰਦਾਗਾ ਤਾਂ ਕੀ ਹੈ 2/3 ਮਤਲਬ ਆਪਾਂ ਕਹਿ ਸਕਦੇ ਹਾਂ 66.67% ਦੀ ਮੈਜੋਰਿਟੀ ਹੋਣਾ ਜ਼ਰੂਰੀ ਹੈ। ਅਗਰ ਤੇ ਆਪਾਂ ਗੱਲ ਕਰੀਏ ਵੀ ਕੋਈ ਥੋੜਾ ਇਦੋਂ ਕੋਈ ਵੱਡਾ ਮੈਟਰ ਹੁੰਦਾਗਾ, ਠੀਕ ਹੈ, ਤਾਂ ਉਹਦੇ ਵਿੱਚ ਕੀ ਹੁੰਦਾਗਾ, ਠੀਕ ਹੈ, ਅਗਰ ਕੋਈ ਮੁੱਦਾ ਥੋੜਾ ਜਿਹਾ ਵੱਡਾ ਆ ਜਾਂਦਾਗਾ ਤਾਂ ਉਹਦੇ ਵਿੱਚ ਕੀ ਗਾ 2/3 ਤਾਂ ਹਾਮੀ ਲੋੜ ਆਪਣੇ ਮੈਜੋਰਿਟੀ ਚਾਹੀਦੀ ਹੁੰਦੀ ਹੈਗੀ ਸੰਸਦ ਦੀ। ਠੀਕ ਹੈ, ਪਲੱਸ ਅੱਧੀਆਂ ਆਪਣੀਆਂ 1/2 ਆਪਣੀਆਂ ਸਾਰੀਆਂ ਜਿੰਨੇ ਵੀ ਨਹੀਂ ਹੈ ਵਿਧਾਨ ਸਭਾਵਾਂ ਦੀ। ਠੀਕ ਹੈ, ਠੀਕ ਹੈ, ਤਾਂ ਆਪਾਂ ਨੂੰ ਕੀ ਹੈਗਾ ਅੱਧੀਆਂ ਵਿਧਾਨ ਸਭਾਵਾਂ ਦੀ ਮਨਜ਼ੂਰੀ ਲੈਣੀ ਪੈਂਦੀ ਹੈ, 2/3 ਆਪਾਂ ਨੂੰ ਸੰਸਦ ਦੀ ਮਨਜ਼ੂਰੀ ਲੈਣੀ ਪੈਂਦੀ ਹੈ, ਤਾਂ ਹੀ ਕੀ ਹੈਗਾ ਆਪਣੀ ਪ੍ਰਕਿਰਿਆ ਸੋਧ ਦੀ ਪੂਰੀ ਹੁੰਦੀ ਹੈ। ਠੀਕ ਹੈ ਜੀ, ਤਿੰਨ ਤਰੀਕੇ ਨਾਲ ਹੁੰਦੀ ਹੈ ਸਿੰਪਲ। ਠੀਕ ਹੈ, ਜਿਹਦੇ ਵਿੱਚ ਕੀ ਹੈਗਾ ਮਤਲਬ ਕਿ ਸਧਾਰਨ ਮੈਟਰ ਹੁੰਦਾਗਾ ਉਹਦੇ 'ਚ ਕੀ ਆ ਅੱਧੇ ਸੰਸਦ ਦੀ ਲੋੜ ਪੈਂਦੀ ਹੈਗੀ, 1/2 ਮੈਂਬਰ ਹਾਮੀ ਹੋ ਕਰ ਦੇਣ ਤਾਂ ਠੀਕ ਹੈ ਉਹ ਆਪਣਾ ਕਾਨੂੰਨ ਬਣ ਜਾਂਦਾਗਾ। ਉਸ ਤੋਂ ਬਾਅਦ ਕੀ ਹੈਗਾ 2/3 ਹੁੰਦਾਗਾ ਜੋ ਕੀ ਵੱਡਾ ਥੋੜਾ ਮੁੱਦਾ ਹੋਵੇ, ਤੇ 2/3 ਸੰਸਦ ਦਾ ਪਲੱਸ ਅੱਧੀਆਂ ਆਪਣੀਆਂ ਵਿਧਾਨ ਸਭਾਵਾਂ ਦਾ, ਫਿਰ ਹੀ ਕੀ ਹੈਗਾ ਇਹ ਕੀ ਬਿੱਲ ਪਾਸ ਹੁੰਦਾ।
ठीक है जी। तो जो कि बिल पास हो गया, चलो चाहे कि मर्जी जो हो गया, उस तो बाद की करना होंगे ये की गा, एक मिनट आप रेज ही कर दें। तो उस तो बाद की है अपन राष्ट्रपति के साइन की लड़ पैंती हैगी। तो की राष्ट्रपति के साइन, ठीक है जी, तो दस्तखत की लड़ पैंती है। ठीक है, जो कि है एक बार कानून भी है पास होके आ गया, ठीक है, संसद वालों या 1/2 हो, चाहे वो 2/3 वाला हो, चाहे वो विधान सभा वाला प्लस संसद हो, तो की है लास्ट से की है अपने प्रेजिडेंट जी के साइन होंगे, फिर ही की होगा कोई कानून बनूगा, फिर ही कानून पास होगा। ठीक है जी, तो ये सी अपनी अज की क्लास। ठीक है जी, आप ये बारे की है अनुसूचियों बारे भी पढ़ लिया ये, कि आप अमेंडमेंट सोध बारे भी कर लिया ये। ठीक है जी, तो ये अमेंडमेंट ठीक है कि आर्टिकल है 368 आर्टिकल याद करने सुख है 369 होंगे, बट 9 नहीं है 8 इतने। ठीक है, भाग किनवा सीगा 20वां सीगा, तो भाई प्रक्रिया कितों ली गई अपनी ये साउथ अफ्रीका तो ली गई है। ठीक है जी, दक्षिणी अफ्रीका तो ली गई है। ठीक है जी, पेपर के क्वेश्चन लगे वारी की है भी शोध करने की प्रक्रिया आप कितों ली है, साउथ अफ्रीका तो, दक्षिणी अफ्रीका तो, भाग 20 के आर्टिकल 368 के। ठीक है जी, चलो जी ठीक है, फिर मिलते हैं कल अगली क्लास के अगला टॉपिक लैके। तो क्लास में शेयर करो, लाइक करो, तो कमेंट्स करके जरूर दस्यो भी क्लासेस किदा दी लग रही नहीं है। ठीक है जी, एंजॉय कर रहे हो क्लासेस को कि नहीं, कमेंट करके जरूर दस्यो। ठीक है जी, ओके बाय।